अस्सलाम वालेकुम रहमतुल्लाह नाज़रीन। ਅੱਜ ਅਸੀਂ ਗੱਲਬਾਤ ਕਰਾਂਗੇ ਉਹ ਜਿਹੜਾ ਮੇਰਾ ਜਿਸਮ ਤੇ ਮੇਰੀ ਮਰਜ਼ੀ ਜਿਹੜਾ ਅੱਜ ਕੱਲ੍ਹ ਉਹ ਪ੍ਰੋਗਰਾਮ ਸ਼ੁਰੂ ਹੋਇਆ ਵੇ ਉਹਦੇ ਬਾਰੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੁਹਤਰਮ ਵਾਹਿਦੁੱਲਾ ਜਾਵੇਦ ਸਾਹਿਬ ਨੇ ਤੇ ਇਹ ਜ਼ਰੂਰ ਉਸ ਮੌਜੂਦ ਥੋੜੀ ਰੋਸ਼ਨੀ ਪਾਣਗੇ। शुक्रिया जनाब। मौजू तुसें बड़ा अजीब जिहा पढ़िया ते मैं चाਹੁੰਦਾ कि मैं थोड़ी पिछला तारीख भी ਤੁਹਾਨੂੰ ਦੱਸ ਦਿਆਂ कि ਇਹ ਹੁੰਦਾ ਕੀ ਪਿਆ ਸਾਡੇ ਨਾਲ। ਦੇਖੋ ਜੀ, ਸਭ ਤੋਂ ਪਹਿਲੇ ਤੁਸੀਂ ਸਿਆਸਤਦਾਨਾਂ ਦੀ ਗੱਲ ਕਰ ਲਓ। ਸਿਆਸਤ ਦਾ ਮਕਸਦ ਇਹ ਹੁੰਦਾ ਜੀ ਕਿ ਬੰਦੇ ਨੂੰ ਇੰਨਾ ਇਲਮ ਹੋ ਜਾਏ ਕਿ ਮੈਂ ਮੁਲਕ ਦੀ ਤੇ ਆਵਾਮ ਦੀ ਖਿਦਮਤ ਕਿਸ ਤਰ੍ਹਾਂ ਕਰ ਸਕਦਾ। ਉਹ ਆਇਨ ਨੂੰ ਪੜ੍ਹਦਾ, ਉਹ ਕਾਨੂੰਨ ਨੂੰ ਪੜ੍ਹਦਾ ਕਿ ਮੈਂ ਇਹਨਾਂ ਹਦੂਦ ਦੇ ਵਿੱਚ ਰਹਿ ਕੇ ਮੈਂ ਮੁਲਕ ਔਰ ਕੌਮ ਦੀ ਖਿਦਮਤ ਕਿਸ ਤਰ੍ਹਾਂ ਕਰ ਸਕਦਾ। ਇਹਦਾ ਨਾਮ ਸਿਆਸਤ ਹੈ। ਤੇ ਅੱਜ ਸਿਆਸਤ ਦਾ ਕੀ ਬਣਿਆ ਪਿਆ ਮੈਂ ਜ਼ਿਆਦਾ ਨਹੀਂ ਤੁਹਾਨੂੰ ਦੱਸਦਾ, ਤੁਹਾਨੂੰ ਪਤਾ ਹੀ ਹੈ। ਸਹੀ। ਫਿਰ ਦੂਸਰੀ ਗੱਲ ਆ ਜਾਂਦੀ ਹੈ ਜੀ ਜਸਟਿਸ, ਇਨਸਾਫ। ਇਨਸਾਫ ਦਾ ਇਹ ਹਾਲ ਹੈ ਕਿ ਮੈਂ ਆਪਣਾ ਇੱਕ ਛੋਟਾ ਜਿਹਾ ਵਾਕਿਆ ਦੱਸਣਾ। ਕਿਸੇ ਨੇ ਮੇਰੇ ਤੇ ਝੂਠਾ ਜਿਹਾ ਮੁਕੱਦਮਾ ਕਰਾ ਦਿੱਤਾ ਤੇ ਮੈਂ ਚਲਾ ਗਿਆ ਉੱਥੇ ਅਦਾਲਤ 'ਚ। ਉਹ ਜੋ ਝੂਠੇ ਗਵਾਹ ਨੇ ਆਪਣੀ ਗਵਾਹੀ ਦਿੱਤੀ ਕਿ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਿਆਨ ਕਰਾਂਗਾ, ਜੋ ਕਹਾਂਗਾ ਸੱਚ ਕਹਾਂਗਾ, ਜੇ ਮੈਂ ਝੂਠ ਬੋਲਾਂ ਤੇ ਮੇਰੇ ਤੇ ਅੱਲਾ ਦਾ ਅਜ਼ਾਬ ਆਏ। ਮੈਂ ਕਹਿ ਦਿੱਤਾ ਆਮੀਨ। ਅੱਛਾ। ਉਹ ਜੋ ਮੈਂ ਆਮੀਨ ਕਿਹਾ ਤੇ ਉਹ ਜੱਜ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਗੱਲ ਸੁਣੋ, ਤੁਸੀਂ ਦਿਲੋਂ ਕਿਹਾ ਕਿ ਉਤੋਂ ਹੀ ਕਹਿ ਦਿੱਤਾ? ਮੈਂ ਕਿਹਾ ਜੀ ਮੈਂ ਦਿਲੋਂ ਕਿਹਾ ਔਰ ਦੁਆ ਮੰਗ ਕੇ ਕਿਹਾ। ਅੱਛਾ। ਉਹਨੇ ਕਿਹਾ ਜਦੋਂ ਤੁਸੀਂ ਆਓਗੇ ਗੱਲ ਕਰਨ ਤੇ ਫਿਰ ਮੈਂ ਜੇ ਨੇ ਆਮੀਨ ਕਹਿ ਦਿੱਤਾ, ਮੈਂ ਕਿਹਾ ਜੀ ਇਹ ਕਹੇਗਾ ਮੈਂ ਨਾਲ ਫਿਰ ਦੁਬਾਰਾ ਆਮੀਨ ਕਹਾਂਗਾ। ਸਹੀ। ਉਹਨੇ ਇੰਨੀ ਗੱਲ ਸੁਣੀ ਤੇ ਵਕੀਲ ਵੱਲ ਦੇਖਿਆ, ਮੁਖਾਲਫ ਮੇਰਾ ਵਕੀਲ ਸੀ ਜਿਹੜਾ, ਕਿ ਇਹ ਕੀ ਬਈ। ਉਹ ਦੋਨਾਂ ਨੇ ਆਪਸ 'ਚ ਨਜ਼ਰਾਂ ਮਿਲਾਈਆਂ ਤੇ ਮੈਨੂੰ ਕਹਿੰਦੇ ਜੋ ਇਹ ਸਭ ਤੁਸੀਂ ਜਾਓ, ਅਸੀਂ ਤੁਹਾਨੂੰ ਕਦੀ ਵੀ ਨਹੀਂ ਬੁਲਾਵਾਂਗੇ। ਅੱਛਾ, ਕੇਸ ਤੋਂ ਫਾਰਗ। ਕੇਸ ਤੋਂ ਫਾਰਗ। ਉਹ ਹੈਰਾਨ ਹੋ ਗਿਆ ਕਿ ਇੱਥੇ ਕੋਈ ਸੱਚਾ ਬੰਦਾ ਵੀ ਆ ਸਕਦਾ ਅਦਾਲਤਾਂ 'ਚ। ਜੱਜ ਹੈਰਾਨ ਸੀ। ਉਹਨੇ ਕਿਹਾ ਜੀ ਆ ਗਿਆ ਤੇ ਇਹਨੂੰ ਇੱਥੇ ਵਾੜੋ ਹੀ ਨਾ, ਫਾਰਗ ਕਰ ਦਿਓ ਇਹਨੂੰ ਫਾਰਗ ਕਰੋ। ਸਹੀ। ਬਾਕੀ ਜੋ ਕੁਝ ਹੁੰਦਾ ਉਹ ਵੀ ਤੁਹਾਨੂੰ ਪਤਾ ਹੀ ਹੈ। ਹਾਲਾਂਕਿ ਹੁੰਦਾ ਹੈ ਕਿ ਗਰੀਬ ਨੂੰ, ਐਸੇ ਬੰਦੇ ਨੂੰ ਜਿਹੜਾ ਖਰਚਾ ਨਹੀਂ ਕਰ ਸਕਦਾ, ਉਹਨੂੰ ਇਨਸਾਫ ਦਿਲਾਇਆ ਜਾਏ। ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਰੁਲਦੇ ਪਏ ਨੇ, ਜੇਲ੍ਹਾਂ ਭਰੀਆਂ ਸਾਡੀਆਂ। ਗਰੀਬ ਤੇ ਰੁਲਦੇ ਫਿਰਦੇ ਆ ਸਹੀ। ਤੇ ਅਮੀਰ ਕਹਿੰਦੇ ਯਾਰ ਵਕੀਲ ਕੀ ਕਰਨਾ, ਜੱਜ ਕਰ ਲਓ। ਸਿੱਧੀ ਗੱਲ। ਵਕੀਲ ਕਹਿੰਦਾ ਜੱਜ ਨੂੰ ਕਰ ਨਾਲੇ ਲਓ। ਉਹ ਨਾ ਅਮੀਰ ਜਿਹੜੇ ਨੇ ਉਹ ਤੇ ਕਹਿੰਦੇ ਮੇਰੇ ਢਿੱਡ ਪੀੜ ਹੋ ਗਈ ਬਰਤਾਨੇ ਚ ਇਲਾਜ, ਸਿਰ ਪੀੜ ਹੋ ਗਈ ਬਰਤਾਨੇ ਚ ਇਨਸਾਫ ਇਲਾਜ। ਦੀ ਗੱਲ ਹੋ ਰਹੀ ਹੈ ਨਾ ਜੀ। ਹਾਂ। ਤੇ ਤੀਸਰੀ ਗੱਲ ਆ ਜਾਂਦੀ ਹੈ ਮੀਡੀਆ ਦੀ, ਜਿਹੜਾ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਛਾਇਆ, ਜਿਹਦੇ ਵਾਸਤੇ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ। ਸਹੀ। ਮੀਡੀਆ ਦਾ ਮਕਸਦ ਇਹ ਹੁੰਦਾ ਕਿ ਇਨਸਾਨ ਦੀ ਸੋਚ ਨੂੰ ਦਰੁਸਤ ਸਿਮਤ ਵੱਲ ਲਾਉਣਾ। ਜਿਹੜੀਆਂ ਸੋਚਾਂ ਇਨਸਾਨ ਗਲਤ ਸੋਚੇ, ਉਹਦੀ ਸੋਚ ਨੂੰ ਉਹ ਦਰੁਸਤ ਸਿਮਤ ਵੱਲ ਲਾਵੇ। ਇੱਥੇ ਕੀ ਹੋ ਰਿਹਾ ਉਹ ਵੀ ਤੁਹਾਨੂੰ ਪਤਾ। ਹੁਣ ਮਿਰਜ਼ਾ ਸਾਹਿਬ ਨੇ ਜਿਹੜਾ ਮੌਜੂ ਦਿੱਤਾ ਕਿ ਅੱਜ ਕੱਲ੍ਹ ਔਰਤਾਂ ਇhtਜਾਜ ਕਰ ਰਹੀਆਂ ਨੇ ਜਾਂ ਕਰਨਗੀਆਂ, ਜਲੂਸ ਕੱਢਣਗੀਆਂ, ਜਲਸੇ ਕਰਨਗੀਆਂ ਕਿ ਮੇਰਾ ਜਿਸਮ ਮੇਰੀ ਮਰਜ਼ੀ। ਹੁਣ ਮੀਡੀਆ ਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਸਾਡੇ ਗੱਲ ਸੁਣਦੇ ਸਾਰੀ ਰੇਂਜ 'ਚ ਨਾ ਪੁੱਠੇ ਖਿਆਲ ਆਉਂਦਾ ਕਿ ਔਰਤਾਂ ਸਾਡੇ ਕੋਲ ਇਹ ਮੰਗ ਰਹੀਆਂ, ਇਹ ਹਕੂਕ ਮੰਗ ਰਹੀਆਂ। ਅਗਰ ਸਾਡੀ ਸੋਚਣ ਦੀ ਦਰੁਸਤ ਸਿਮਤ ਹੋਵੇ ਤੇ ਅਸੀਂ ਇਹ ਸੋਚ ਨਹੀਂ ਸਕਦੇ ਕਿ ਔਰਤ ਕੀ ਮੰਗ ਰਹੀ ਹੈ। ਉਹ ਕਹਿ ਰਹੀ ਕਿ ਮੇਰੀ ਮਰਜ਼ੀ ਹੋਣੀ ਚਾਹੀਦੀ ਹੈ, ਮੇਰੀ ਮਰਜ਼ੀ ਤੋਂ ਬਗੈਰ ਮੇਰਾ ਜਿਸਮ ਨਾ ਇਸਤੇਮਾਲ ਹੋਵੇ। ਦਫ਼ਤਰਾਂ ਜਾਂਦੀ ਹੈ ਤੇ ਉਹਦਾ ਇਸ ਤਰ੍ਹਾਂ ਇਸਤਿਹਸਾਲ ਹੁੰਦਾ ਕਿ ਜੋ ਕੁਝ ਵੀ ਉਹਦੇ ਨਾਲ ਸੋਚ ਸਲੂਕ ਹੁੰਦਾ ਉਹਦੇ ਜਿਸਮ ਵਾਸਤੇ ਸਾਰਾ ਕੁਝ ਹੋ ਰਿਹਾ ਹੁੰਦਾ। ਜੋ ਬਾਜ਼ਾਰ ਜਾਂਦੀ ਹੈ ਤੇ ਹੋਰ ਕੁਝ ਨਹੀਂ, ਲੋਕ ਨਜ਼ਰਾਂ ਨਾਲ ਹੀ ਉਹਨੂੰ ਦੇਖਦੇ ਰਹਿੰਦੇ ਉਹਦੇ ਜਿਸਮ ਨੂੰ। ਇਸ ਪਾਸੇ ਤੇ ਕਿਸੇ ਨੇ ਨਹੀਂ ਸੋਚਿਆ ਕਿ ਇਹ ਵੀ ਕੁਝ ਹੋ ਸਕਦਾ। ਬਾਕੀ ਹੁਣ ਮੈਨੂੰ ਨਹੀਂ ਪਤਾ ਕਿ ਉਹ ਖਾਤੂਨ ਜਿਹੜੀ ਹੈ ਉਹਦੀ ਕੀ ਮਰਜ਼ੀ ਹੈ, ਉਹ ਕੀ ਬਿਆਨ ਕਰਦੀ ਹੈ। ਅੱਛਾ, ਅਗਰ ਜੀ ਵਾਹਿਦੁੱਲਾ ਸਾਹਿਬ, ਅਗਰ ਤੇ ਇਹ ਮਰਜ਼ੀ ਹੈ ਨਾ ਉਹਨਾਂ ਦੀ, ਜੈਸਾ ਤੁਸੀਂ ਬਿਆਨ ਕਰ ਰਹੇ ਹੋ ਤੇ ਠੀਕ ਹੈ। ਅਗਰ ਤੇ ਉਹਦੀ ਮਰਜ਼ੀ ਉਹ ਫਾਸ਼ ਦੀ ਤਰਫ ਜਾਂਦੀ ਹੈ
ਉਹ ਸਾਡਾ ਖਿਆਲ ਜਾਂਦਾ, ਚਲੋ ਮੰਨ ਲੈਨੇ ਤੁਹਾਡੀ ਗੱਲ ਦਰੁਸਤ ਹੋਵੇਗੀ, ਪਰ ਉਹਦੀ ਤੇ ਨਾ ਤੇ ਇਸਲਾਮ ਜਾ ਦਿੰਦੇ, ਨਾ ਤਾਂ ਕੁਰਾਨ ਦੇ ਦਿੰਦੇ, ਤੇ ਨਾ ਇਸਲਾਮ ਦਿੰਦੇ ਕਿ ਨਹੀਂ। ਮੇਰਾ ਖਿਆਲ ਉਹਨੂੰ ਪੁੱਛਿਆ ਜੇ ਤਾਂ ਕਦੀ ਵੀ ਨਹੀਂ ਕਹੇਗੀ ਮੇਰਾ ਇਹ ਮਤਲਬ ਆ। ਚਲੋ ਅਸੀਂ ਉੱਤੇ ਥੋਪ ਹੀ ਦਿੰਦੇ ਆ, ਇਹ ਮੀਡੀਆ ਦਾ ਉਹੀ ਤਾਂ ਮੈਂ ਗੁਜ਼ਾਰਿਸ਼ ਕਰ ਰਿਹਾ ਕਿ ਮੀਡੀਆ ਨੇ ਸਾਨੂੰ ਇਸ ਹੱਦ ਤੱਕ ਲੈ ਆਂਦਾ ਕਿ ਅਸੀਂ ਉਹਨੂੰ ਇਹ ਕੋਈ ਸਮਝਣ ਤੇ ਮਜਬੂਰ ਹੋ ਗਏ। ਨਹੀਂ, ਜਿਹੜਾ ਖਲੀਲੁਰ ਰਹਿਮਾਨ ਸਾਹਿਬ ਨੂੰ ਜਿਹੜਾ ਬਹੁਤ ਜ਼ਿਆਦਾ ਗੁੱਸਾ, ਮੈਂ ਜਦੋਂ ਉਹਨਾਂ ਦੀ ਪਹਿਲੀ ਦਫਾ ਵੀਡੀਓ ਦੇਖੀ, ਖਲੀਲੁਰ ਰਹਿਮਾਨ ਸਾਹਿਬ ਜਿਹੜੇ ਨੇ, ਉੱਤੇ ਉਹਨਾਂ ਨੂੰ ਬੜੀ ਤੇਜ਼ ਦੇਖਿਆ ਤੇ ਅਸਾਂ ਬਜ਼ਬਾਨੀ ਕਰਦੇ ਹੋਏ ਦੇਖਿਆ, ਮੈਨੂੰ ਖੁਦ ਬੜਾ ਅਜੀਬ ਲੱਗਿਆ ਨਾ ਇਹ ਸਾਰਾ। ਮਗਰ ਉਹ ਜਦੋਂ ਮੈਂ ਫਿਰ ਉਸ ਵੀਡੀਓ ਨੂੰ, ਉਸ ਜਿਹੜੇ ਕਲਿੱਪ ਨੂੰ ਦੁਬਾਰਾ ਦੇਖਿਆ ਇੱਕ ਦੋ ਵਾਰੀ, ਤੇ ਉਹ ਖਲੀਲੁਰ ਰਹਿਮਾਨ ਸਾਹਿਬ ਜਿਹੜੇ ਨੇ, ਉਹਨਾਂ ਨੇ ਬਹੁਤ ਮਹੱਜ਼ਬ ਤਰੀਕੇ ਨਾਲ ਉਹ ਸਾਰਾ ਗੱਲਬਾਤ ਸੁਣੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ ਅਗਰ ਜੈਸਾ ਤੁਹਾਡੀ ਮੈਂ ਗੱਲਬਾਤ ਸੁਣੀ ਵਿੱਚ ਟੋਕਿਆ ਨਹੀਂ ਹੈ, ਐਸੇ ਤਰ੍ਹਾਂ ਤੁਸੀਂ ਜਦੋਂ ਮੈਂ ਗੱਲ ਕਰਾਂਗਾ ਬਰਾਏ ਮਿਹਰਬਾਨੀ ਰਿਕੁਐਸਟ ਉਹਨਾਂ ਕੀਤੀ, ਪਹਿਲੇ ਮੋਦਬਾਨਾ ਸਲਾਮ ਕੀਤੇ, ਫਿਰ ਉਹਨਾਂ ਨੇ ਕਿਹਾ ਮੈਂ ਰਿਕੁਐਸਟ ਕਰਨਾ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਨਾ ਮਤਲਬ ਕਿ ਉਹ ਉਹਨਾਂ ਜਦੋਂ ਇੰਟਰਫੇਅਰ ਕੀਤਾ ਗਿਆ, ਫਿਰ ਉਹਨਾਂ ਨੂੰ ਗੁੱਸਾ ਆ ਗਿਆ, ਫਿਰ ਉਹਨਾਂ ਗੁੱਸੇ ਜਾ ਕੇ ਸਾਰੇ ਕੁਲਮਾਤ ਕਹੇ ਨੇ, ਤੇ ਜੋ ਉਹ ਉਸ ਔਰਤ ਦਾ ਜਿਹੜਾ ਮਾਰਵੀ ਨਾਮ ਸੀ, ਮਾਰਵੀ ਸਰਮਦ ਜਾਂ ਜੋ ਵੀ ਸੀ, ਉਸ ਔਰਤ ਦੇ ਜੋ ਬਿਆਨਾਤ ਸੀ ਉਹ ਮੈਂ ਸੁਣੇ ਨੇ ਕਿ ਮੇਰਾ ਜਿਸਮ ਮੇਰੀ ਮਰਜ਼ੀ, ਇਸ ਤੋਂ ਤੇ ਮੈਨੂੰ ਤੇ ਐਸੇ ਲੱਗਿਆ ਕਿ ਸਿਰਫ ਸਾਡੇ ਮਾਸ਼ਰੇ ਨੂੰ ਫਾਸ਼ੀ ਤਰਫ ਲੈ ਕੇ ਜਾ ਰਹੀ। ਉਹ ਇਸ ਲਈ ਉਹ ਪਾਕਿਸਤਾਨ ਦੀ ਇਸ ਟਾਈਮ ਰਹਿਣ ਵਾਲੀ ਵੀ ਨਹੀਂ ਗਈ, ਇਸ ਟਾਈਮ ਰਹਿ ਵੀ ਕੈਨੇਡਾ 'ਚ ਰਹੀ ਹੈ, ਨਹੀਂ ਕਿਤੇ ਬਾਹਰ ਦੇ ਮੁਲਕਾਂ 'ਚ ਯੂਰਪ ਦੇ ਵਿੱਚ ਕਿਤੇ ਰਹਿ ਰਹੀ ਹੈ। ਉਹਦਾ ਮਕਸਦ ਇਹ ਸੀ ਕਿ ਜੈਸਾ ਦਾ ਉੱਥੇ ਮਾਹੌਲ ਹੈ, ਸ਼ਾਇਦ ਉਂਝ ਦਾ ਮਾਹੌਲ ਆਜ਼ਾਦੀ ਨਾਲ ਰਹਿਣਾ। ਤੇ ਆਜ਼ਾਦੀ ਦੇਖੋ ਜਿੰਦੇ ਤੱਕ ਤੇ ਇੱਕ ਤੁਸੀਂ ਕੋਈ ਫਲ ਹੀ ਲੈ ਲਓ ਤੁਸੀਂ, ਹਨਾ, ਜਿੰਦੇ ਤੱਕ ਉਹਦੇ ਉੱਤੇ ਛਿਲਕਾ ਉਹਦਾ ਬਰਕਰਾਰ ਹੈ, ਉਹ ਫਲ ਜਿਹੜਾ ਤੁਹਾਡਾ ਕਈ ਦਫਾ ਕਈ ਮਹੀਨੇ ਵੀ ਰਹਿ ਜਾਂਦਾ, ਹਫ਼ਤੇ ਵੀ ਰਹਿ ਜਾਂਦਾ, ਸਾਲਾਂ ਦੇ ਹਿਸਾਬ ਨਾਲ ਵੀ ਲੋਕੀ ਆਪਣੇ ਫਰਿੱਜਾਂ 'ਚ ਰੱਖ ਦਿੰਦੇ ਨੇ ਯੂਰਪੀਅਨ ਮੁਲਕਾਂ ਵਾਲੇ। ਤੇ ਉਹ ਜਿੰਦੇ ਤੱਕ ਪਰਦਾ ਰਹੇ ਉਹਦੇ ਸੇਫ ਤੇ ਰਹਿੰਦਾ ਹੈ ਨਾ। ਅਗਰ ਤੁਸੀਂ ਪਰਦਾ ਬਿਲਕੁਲ ਉਠਾ ਦਿਓ ਤੇ ਇੱਕ ਜਗ੍ਹਾ ਤੋਂ ਹਲਕਾ ਜਿਹਾ ਤੁਸੀਂ ਉਹਨੂੰ ਟੱਕ ਲਗਾ ਦਿਓ ਛਿਲਕੇ ਨੂੰ, ਨਾ ਉਹਦੀ ਜਿਲਦ ਨੂੰ, ਉਹ ਦਿਨਾਂ ਦੇ ਵਿੱਚ ਗਲ ਜਾਏਗਾ, ਕੀੜੇ ਪੈ ਜਾਣਗੇ, ਬਦਬੂ ਹੋ ਜਾਏਗੀ। ਉਹੀ ਸੂਰਤ ਹਾਲ ਹੈ ਕਿ ਦੇਖੋ ਜੀ ਇਸਲਾਮ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ, ਫਾਸ਼ੀ ਦੀ, ਜਾਂ ਐਡਾ ਹੀ ਜ਼ਿਆਦਾ ਖੁੱਲ ਕੇ ਕਹਿਣਾ ਕਿ ਮੇਰਾ ਜਿਸਮ ਤੇ ਮੇਰੀ ਮਰਜ਼ੀ। ਇਸਲਾਮ ਦੇ ਵਿੱਚ ਤੇ ਪਰਦੇ ਦੀ ਇਜਾਜ਼ਤ ਹੈ, ਜਿੱਥੋਂ ਤੱਕ ਪਤਾ ਹੈ ਕਿ ਔਰਤਾਂ ਨੂੰ ਪਰਦਾ ਕਰਨਾ ਚਾਹੀਦਾ ਹੈ, ਅਗਰ ਕੋਈ ਔਰਤ ਦੀ ਪਰਦਾ ਨਹੀਂ ਕਰਦੀ ਤੇ ਮਰਦਾਂ ਨੂੰ ਕਰਨਾ ਚਾਹੀਦਾ ਕਿ ਨਹੀਂ, ਮਤਲਬ ਹਿਆਦ ਨਾਲ ਨਜ਼ਰਾਂ ਨੀਵੀਆਂ ਕਰ ਲੈਣੀਆਂ ਜੈਸਾ ਵੀ। ਮਗਰ ਉਹਦੇ ਜਿਹੜੇ ਬਿਆਨ ਨੇ ਉਹ ਕੁਛ ਐਸੇ ਨੇ ਕਿ ਉਹ ਖਲੀਲੁਰ ਰਹਿਮਾਨ ਸਾਹਿਬ ਵੀ ਜਿਹੜੇ ਨੇ ਉਹ ਬਾਰ-ਬਾਰ ਉਹ ਤੈਚ ਵੀ ਆਏ ਨੇ ਫਿਰ, ਤੇ ਉਹ ਇੰਝ ਦੀ ਸੂਰਤ ਲੱਗਦੀ ਸੀ ਮੈਨੂੰ। ਤੁਸੀਂ ਸੁਣੇ ਨੇ ਉਹ ਬਿਆਨ ਕਿ ਨਹੀਂ? ਵੈਸੇ ਨਹੀਂ, ਮੈਂ ਇੱਦਾਂ ਤੁਹਾਡੇ ਕੋਲ ਸੁਣੀ, ਮੈਂ ਬਕਾਇਦਾ ਨਹੀਂ ਸੁਣਿਆ। ਅੱਛਾ। ਮਗਰ ਅਗਰ ਤੁਸੀਂ ਦੱਸ ਰਹੇ ਹੋ ਜਿਸ ਤਰ੍ਹਾਂ ਕਿ ਉਹ ਪਾਕਿਸਤਾਨ ਦੀ ਨਹੀਂ ਰਹਿਣਾ, ਉਹ ਤਾਂ ਜ਼ੇਨ ਹੁੰਦਾ ਹੈ, ਉਹ ਛੋਟੀ ਮੇਰੇ ਉਮਰ 'ਚ ਬਾਹਰ ਚਲੀ ਗਈ। ਫਿਰ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਨਾ, ਬਲਕਿ ਸਾਡੇ ਵਾਕਫਾਂ 'ਚ ਹੋਈਆਂ ਬੰਦਾ, ਕਿ ਉਹਦੀ ਬੀਵੀ ਨੇ ਕੋਰਟ 'ਚ ਜਾ ਕੇ ਇਹ ਬਿਆਨ ਦੇ ਦਿੱਤਾ ਕਿ ਮੇਰਾ ਜਿਹੜਾ ਖਾਵੰਦ ਆ ਜ਼ਬਰਦਸਤੀ ਮੇਰੇ ਨਾਲ ਰੇਪ ਕਰਦਾ। ਸੁਣਿਆ ਨਾ? ਨਹੀਂ, ਆਪ ਸੁਣਿਆ। ਹਾਂ, 6 ਸਾਲ ਕੈਦ ਹੋ ਗਈ ਉਹਨੂੰ ਇਸ ਗੱਲ ਤੇ ਕਿ ਉਹਦੀ ਬੀਵੀ ਨੇ ਇਲਜ਼ਾਮ ਲਾਇਆ ਕਿ ਮੇਰੇ ਨਾਲ ਰੇਪ ਕਰਦਾ ਮੇਰੀ ਮਰਜ਼ੀ ਦੇ ਖਿਲਾਫ। ਸਹੀ। ਤੇ ਦੋਸਤਾਂ ਨੇ ਕਹਿ ਦਿਆ ਬੀਵੀਆਂ ਨੂੰ ਸੁਣਾਉਣ ਵੀ ਨਾ, ਕਿਤੇ ਆ ਨਾ ਹੋਏ ਅਗਲੇ ਹਫਤੇ 4-5 ਬੰਦੇ ਸਾਡੇ ਅੰਦਰ ਹੋਏ ਹੋਣ। ਮਗਰ ਇਹ ਦੇਖੋ ਇੰਤਹਾਈ ਬਾਤ ਬਿਆਨਤੀ ਹੈ ਇੱਥੇ, ਹਾਲਾਂਕਿ ਇਸਲਾਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ। ਜੋ ਨਿਕਾਹ ਦਾ ਮਕਸਦ ਇਹ ਹੁੰਦਾ ਹੈ ਕਿ ਮੀਆਂ ਬੀਵੀ ਨੂੰ ਇਜਾਜ਼ਤ ਹੈ, ਠੀਕ ਹੈ, ਉਹ ਇੱਕ ਦੂਜੇ ਦਾ ਲਿਬਾਸ ਨੇ, ਜੈਸਾ ਮਰਜ਼ੀ ਇੱਕ ਦੂਸਰੇ ਨਾਲ ਉਹ ਜੋ ਵੀ ਉਹਨਾਂ ਦੇ ਤਾਲੁਕਾਤ ਨੂੰ ਕਾਇਮ ਕਰਨ। ਤੇ ਅਕਸਰ ਇੱਥੇ ਯੂਰਪ ਦੇ ਬੀਵੀਆਂ ਇਹੋ ਇਲਜ਼ਾਮ ਲਗਾ ਦਿੰਦੀਆਂ ਨੇ ਕਿ ਖਾਸ ਕਰਕੇ ਉਦੋਂ ਜਦੋਂ ਉਹਨਾਂ ਦੀ ਚਪਲਿਸ਼ ਚੱਲ ਰਹੀ ਹੋਈ ਕਿਤੇ, ਕਿ ਜੀ ਉਹਨਾਂ ਦੀਆਂ ਸਹੇਲੀਆਂ ਮਤਲਬ ਅਕਸਰ ਮਸ਼ਵਰਾ ਦੇ ਛੱਡਦੀਆਂ ਨੇ ਕਿ ਤੂੰ ਸਕੂਨ ਚਾਹਨੀ ਹੈ, ਆਹੋ ਚਾਹਨੀ ਆ, ਤੇਰਾ ਬੰਦਾ ਤੇਰੇ ਘਰ ਲਾਗੇ ਵੀ ਨਾ, ਕਹਿੰਦੇ ਖਸਮਾਂ ਸਿਰ ਕਾ ਜਿੱਥੇ ਮਰਜ਼ੀ ਜਾਏ, ਤਾਂ ਕਹਿੰਦੇ ਫਿਰ ਇਹ ਫੋਨ ਕਰ ਕਿ ਮੇਰੇ ਨਾਲ ਜ਼ਿਆਦਤੀ ਕਰਦਾ ਪਿਆ। ਤੇ ਐਸਾ ਦੇ ਕੇਸ ਹੋਏ ਨੇ ਇੱਥੇ ਯੂਰਪ 'ਚ। ਹਜੇ ਕੱਲ ਇੱਕ ਬੰਦਾ 6 ਸਾਲ ਦੀ ਕੈਦ ਕਰਕੇ ਯੂਰਪ ਚੋਂ ਗਈ ਹੈ, ਤੇ ਉਹ ਫਿਰ ਇਹ ਜਿਹੇ ਸੋਚਾਂ ਦੀਆਂ ਹੋਣਗੀਆਂ ਨਾ। ਹਾਲਾਂਕਿ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ। ਤੇ ਮੈਂ ਉਹਦੀ ਫੇਵਰ 'ਚ ਨਹੀਂ ਗੱਲ ਕਰ ਰਿਹਾ। ਹਾਂ, ਜੇ ਉਹ ਮੇਰੇ ਸਾਹਮਣੇ ਹੋ ਤੇ ਮੈਨੂੰ ਇਹ ਕਹਾਂ ਕਿ ਬੀਬੀ ਜੇ ਤੂੰ ਇੰਨੀ ਆਜ਼ਾਦੀ ਚਾਹੁੰਦੀ ਹੈ ਤੇ ਜਿਹੜੀ ਖਾਮਦ ਨੂੰ ਇਜਾਜ਼ਤ ਦਿੱਤੀ ਹੈ ਅਲਾਮੀਆਂ ਨੇ ਕਿ 4 ਸ਼ਾਦੀਆਂ ਦੀ ਇਜਾਜ਼ਤ ਆ ਉਹਨੂੰ, ਕੋਈ ਦੂਸਰੀ ਸ਼ਾਦੀ ਕਰਵਾਉਣ ਦੀ ਤੂੰ ਰੱਖਦੀ ਹਿੰਮਤ ਕੇ ਆਪਣੇ ਖਾਮਦ ਦੀ ਦੂਸਰੀ ਸ਼ਾਦੀ ਕਰਵਾ ਦੇ? ਕੋਈ ਵੀ ਨਹੀਂ, ਉਹ ਨਹੀਂ ਕਰਵਾਏਗੀ, ਕਦੀ ਵੀ ਨਹੀਂ ਕਰਵਾਉਂਦੇ। ਨਹੀਂ, ਇਹਦਾ ਉਸ ਗੱਲ ਨਾਲ ਖਾਸ ਤਾਲੁਕ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ, ਕਿ ਕੋਈ ਵੀ ਔਰਤ ਆਪਣੇ ਖਾਮਦ ਦੂਸਰੀ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਖਾਸ ਕਰਕੇ ਸਾਡੇ ਮਾਸ਼ਰੇ 'ਚ। ਹਾਂਜੀ,
ਤੇ ਹਾਲਾਂਕਿ ਇਹ ਕਲਚਰ ਜਿਹੜਾ ਹੈ ਉਹ ਸਾਊਦੀ ਅਰਬ ਤੋਂ ਆਇਆ ਹੈ। ਸਾਊਦੀ ਅਰਬ ਦੀ ਜਿਹੜੀਆਂ ਔਰਤਾਂ ਨੇ ਉਹ ਕਈ ਵਾਰ ਆਪਣੇ ਖਾਨਦਾਨੀ ਇੱਕ ਦੂਸਰਾ ਮਤਲਬ ਹੁੰਦਾ ਨਾ, ਉਹ ਇੱਕ ਬੀਵੀ ਹੋਰ ਦੂਸਰੀ ਵੀ ਲੈ ਕੇ ਆਉਂਦੀ ਤੀਸਰੀ, ਬੜੇ ਖੁਸ਼ੀ ਨਾਲ। ਇੱਥੇ ਸੋਮਾਲੀਅਨ ਇੱਕ ਫੈਮਿਲੀ, ਤੇ ਉਹ ਔਰਤ ਦੇ ਮਾਸ਼ਾਅੱਲਾ 8 ਬੱਚੇ। तो एक दिन बड़ी खुश, मैं क्या बड़ी खुश आज की खैर, कहती कि मैं अपने बंदे दे विआह तो आंडे। मैं क्यों अपने बंदे दे विआह तो है की चक्कर? कहती कि मैं ਉਹਦਾ ਨਵਾਂ ਵਿਆਹ ਕਰਾਇਆ ਤੇ ਸਾਡੀ ਪਾਕਿਸਤਾਨੀ ਬੁੱਢੀ ਹੋਈ ਤੇ। ਨਹੀਂ ਮੈਂ ਵੀ ਦੇਖਿਆ ਸੋਮਾਲੀਆ ਦੀ ਗੱਲ ਨਹੀਂ, ਮੈਂ ਨਾਈਜੀਰੀਆ ਦੀ ਗੱਲ ਕਰਨ ਲੱਗਾ। ਅੱਛਾ। ਨਾਈਜੀਰੀਆ ਚ ਇਸ ਤਰ੍ਹਾਂ ਹੀ ਨਾ ਇੱਕ ਔਰਤ ਨੇ ਨਾ ਸ਼ਾਦੀ ਕਰਾਈ ਆਪਣੇ ਖਾਮਨ ਦੀ। ਅੱਛਾ। ਮੈਂ ਉਹਨੂੰ ਪੁੱਛਿਆ, ਮੈਂ ਇਹ ਤੂੰ ਕੀਤਾ ਬਈ? ਅੱਛਾ। ਸ਼ਾਦੀ ਕਰਾਤੀ ਉਹਦੀ। ਕਹਿੰਦੀ ਮੈਂ ਸੀਨੀਅਰ ਵਾਈਫ ਬਣ ਗਈ ਹੁਣ। ਉਹ ਸੀਨੀਅਰ ਵਾਕਈ ਉਹਦਾ ਵੜ ਗਿਆ ਉਹਦਾ ਕਿ ਨਹੀਂ? ਮੈਂ ਸੀਨੀਅਰ ਹੋ ਗਈ ਹੁਣ। ਸਹੀ। ਉਹ ਹੁਣ ਮੇਰੀ ਮਰਜ਼ੀ ਨਾਲ ਚੱਲੇਗੀ। ਅੱਛਾ। ਬੜੀ ਖੁਸ਼ ਹੋ, ਕਹਿੰਦੀ ਮੈਂ ਸੀਨੀਅਰ ਹੋ ਗਈ। ਮਗਰ ਸਾਡੇ ਤੇ ਹੋਰ ਹੀ ਮਾਮਲੇ ਹੈਗੇ ਨੇ ਇੱਥੇ ਬਹੁਤ ਸਾਰੇ। ਵਾਹਿਗੁਰੂ ਸਾਹਿਬ, ਇੱਥੇ ਬਹੁਤ ਸਾਰੇ ਕੇਸਿਸ ਐਸਾ ਹੁੰਦੇ ਨੇ, ਜੈਸਾ ਕਿ ਦੋਸਤ ਦਾ ਵਾਕਿਆ ਕਿ ਕੱਲ੍ਹ ਹੀ ਛੁੱਟ ਕੇ ਆਇਆ 6 ਸਾਲ ਦੀ ਘੱਟ ਕੇ। ਉਹ ਅਕਸਰ ਔਰਤਾਂ ਦੇਖੋ ਜਿੰਦਾ ਤੱਕ ਤੇ ਉਹ ਨਾਲ ਚੱਲਦੀਆਂ ਨੇ, ਇਹ ਨਹੀਂ ਕਿ ਉਹਨਾਂ ਨੂੰ ਦੀਨ ਦਾ ਵੀ ਸਾਡੇ ਨੂੰ ਕਿਸੇ ਦਾ ਬਹੁਤਾ ਪਤਾ ਹੁੰਦਾ ਹੈ। ਕੁਰਾਨ ਕਰੀਮ ਬਿਹਤਰ ਪੜ੍ਹਦੀਆਂ ਨੇ, ਤਰਜਮੇ ਨਾਲ ਵੀ ਜਾਣਦੀਆਂ ਨੇ, ਨਾਜ਼ਰ ਜਾਣਦੀਆਂ ਨੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਹਦੀਸਾਂ ਦੇ ਬਾਰੇ ਵੀ ਜ਼ਿਆਦਾ ਬਿਹਤਰ ਇਲਮ ਹੁੰਦਾ ਹੈ, ਕੁਰਾਨ ਦੀ ਤਾਲੀਮ ਵੀ ਹੁੰਦੀ ਹੈ। ਉਹ ਸਭ ਕੁਝ ਤੋਂ ਪਿੱਛੇ ਛੱਡ ਕੇ ਜਦੋਂ ਆਪਣੇ ਦਿਖਾਵਨ ਤੋਂ ਲਿਆਦਾ ਹੋਣ ਲੱਗਦੀਆਂ ਨੇ, ਐਸੀ ਦਾਵਤ ਅਖਤਿਆਰ ਕਰਦੀਆਂ ਨੇ, ਉਹਦੇ ਤੇ ਕੇਸ ਚਾ ਕੇ ਇਹ ਪਾ ਛੱਡਦੀਆਂ ਨੇ ਕਿ ਸਾਡੇ ਨਾਲ ਇਹ ਜੀ ਇਹਨੇ ਖੁਦਾ ਨਾ ਖਾਸਤਾ ਜ਼ਨਾਹ ਕੀਤਾ ਹੈ। ਹਾਲਾਂਕਿ ਮੀਆਂ ਬੀਵੀ ਜਦੋਂ ਨਿਕਾਹ ਹੋ ਜਾਂਦਾ ਹੈ ਉਹਦੇ ਵਿੱਚ ਜ਼ਨਾਹ ਦਾ ਚੱਕਰ ਹੀ ਨਹੀਂ ਆਉਂਦਾ ਕੋਈ। ਤੇ ਕਦੀ ਪਾਕਿਸਤਾਨ 'ਚ ਕਦੀ ਐਂ ਤਾਂ ਕਦੀ ਕੋਈ ਕੇਸ ਸੁਣਿਆ। ਤੇ ਇਹ ਖਾਸ ਕਰਕੇ ਯੂਰਪ ਦੇ ਵਿੱਚ, ਯੂਰਪ ਦੀਆਂ ਬੂਢੀਆਂ ਇੱਥੇ ਆ ਕੇ ਐਸਾ ਕਰਦੀਆਂ ਨੇ ਤੇ ਇਹਨਾਂ ਨੂੰ ਕਮ ਕਮ ਨਹੀਂ ਕਰਨਾ ਚਾਹੀਦਾ। ਤੇ ਇਹ ਤੇ ਉਹੀ ਹਿਸਾਬ ਹੋ ਗਿਆ ਜੈਸਾ ਮੇਰਾ ਜਿਸਮ ਮੇਰੀ ਮਰਜ਼ੀ ਵਾਲੇ ਹਿਸਾਬ ਹੋ ਗਿਆ, ਜੈਸਾ ਅਸੀਂ ਉਹ ਰੋਣਾ ਉਹਨਾਂ ਦਾ ਰੋਣ ਡੇ ਆ। ਉਹ ਪਾਕਿਸਤਾਨ ਜੋ ਸਿਸਟਮ ਚੱਲਿਆ ਹੈ ਉਹੀ। ਤੁਸੀਂ ਇਹਦੇ ਬਾਰੇ ਕੋਈ ਹੋਰ ਕੁਝ ਕਹਿਣਾ ਚਾਹੋਗੇ? ਉਹ ਜਿਹੜੀ ਮੈਂ ਗੱਲ ਕੀਤੀ ਨਾ ਕਿ ਦੂਸਰੀ ਸ਼ਾਦੀ ਦੀ ਤੇ ਇਜਾਜ਼ਤ ਨਹੀਂ ਦਿੰਦੀਆਂ ਤੇ ਇਹ ਰੋਣਾ ਰੋਲੇ ਨਹੀਂ ਆ। ਆਹ ਹੋਰ ਨਾ ਸੋਚੋ, ਇਹਦੇ ਵਿੱਚ ਬਹੁਤ ਕੁਝ ਹੈਗਾ ਜੇ। ਅੱਛਾ। ਨਹੀਂ ਆਹੋ, ਉਹ ਵੀ ਤੁਹਾਡੀ ਗੱਲ ਸਹੀ ਹੈ। ਹਾਂ, ਅਗਰ ਕਿਸੇ ਦੀ ਜ਼ਰੂਰਤ ਹੈ ਤਾਂ ਕਮ ਕਮ ਜੇ ਏਡੀਆਂ ਖਿਆਲੀਆਂ ਜਾਂ ਅੱਛੀਆਂ ਨੇ ਤੇ ਉਹਨੂੰ ਉਹਦਾ ਇਜਾਜ਼ਤ ਦੇ ਦੇਣ। ਹਾਂਜੀ ਸਹੀ ਹੈ, ਬਿਹਤਰੀਨ ਹੈਗਾ। ਤੇ ਇਹ तमाम ਦੋਸਤਾਂ ਨੂੰ ਦਰਖਾਸਤ ਹੈ ਕਿ ਜਦੋਂ ਇਹ ਪ੍ਰੋਗਰਾਮ ਵਗੈਰਾ ਸੁਣਨ ਤੇ ਬੁੱਢੀਆਂ ਤੋਂ ਮੁਹਤਾਤ ਰਹਿਣ। ਕਿਤੇ ਆ ਨਾ ਬੁੱਢੀਆਂ ਸੁਣ ਕੇ ਕਿ ਇੱਕ ਬੰਦਾ 6 ਸਾਲ ਕੱਟ ਕੇ ਆਇਆ ਹੈ ਤੇ ਅਗਲੇ 6 ਸਾਲ ਸਾਡੇ ਦੋਸਤ ਗਾਇਬ ਹੋਏ ਹੋਣ ਕਿ ਨਹੀਂ। ਨਹੀਂ, ਇhtiyati ਹੋਣੀ ਚਾਹੀਦੀ ਨਾ, ਇhtiyati ਤਦਾਬੀਰ ਜਿਹੜੀ ਉਹ। ਅਲਬત્ਤਾ ਦੋਸਤਾਂ ਨੂੰ ਸਮਝਾ ਦਈਏ ਕਿ ਇੱਕ ਹੋਰ ਅੱਜ ਕੱਲ੍ਹ ਜਿਹੜਾ ਕਰੋਨਾ ਜਿਹੜਾ ਚੱਕਰ ਚੱਲਿਆ ਨਾ, ਹਾਂਜੀ, ਉਹ ਮੈਂ ਸੁਣਿਆ ਕਿ ਇੱਕ ਬੰਦਾ ਜਿਹੜਾ ਵਿਚਾਰਾ ਘਰ ਖੰਘਦਾ ਸੀ ਨਾ, ਤੇ ਉਹ ਖੰਘਦਾ ਬੁੱਢੇ ਨੂੰ ਚੁੱਕ ਕੇ ਫੋਨ ਕੀਤਾ, ਉਹਨੂੰ 6 ਹਫ਼ਤੇ ਦੇ ਚੁੱਕ ਕੇ ਲੈ ਗਏ ਨੇ। ਕਹਿੰਦੇ ਉਹ ਨਾ ਸਮਝਿਆ ਕਿ ਪਤਾ ਨਹੀਂ ਇਹਨੂੰ ਕਰੋਨਾ ਹੈਗਾ ਨਾ। ਉਹ ਵੈਸੇ ਹੀ ਘਰ ਹੀ ਖੰਘਦਾ, ਵੈਸੇ ਬੁੱਢੀ ਤੰਗ ਆਈ ਸੀ ਬੰਦੇ ਕੋਲ ਪਹਿਲੇ ਹੀ। ਉਹਨੇ ਫੋਨ ਕੀਤਾ, ਉਹਨੇ 6 ਹਫ਼ਤੇ ਦੇ ਬੰਦਾ ਚੁਕਾਤਾ। ਹੁਣ 6 ਹਫ਼ਤੇ ਉਹਦੇ ਟੈਸਟ ਹੋਣਗੇ, ਜੇ ਕਲੀਅਰ ਹੋ ਗਿਆ ਤਾਂ ਵਾਪਸ ਆ ਗਿਆ। ਜੇ ਖੁਦਾ ਨਾ ਖਾਸਤਾ ਕਰੋਨਾ ਨਿਕਲ ਗਿਆ ਤੇ ਪਰੇ ਦਾ ਪਰੇ ਹੀ ਚਲ ਜਾਣਾ ਉਹਨੇ। ਉਹ ਨਾ ਪਾਕਿਸਤਾਨ 'ਚ ਜਿਹੜੀਆਂ ਆਉਂਦੀਆਂ ਨਾ ਔਰਤਾਂ, ਤੇ ਉਦੋਂ ਪਹਿਲਾਂ ਜਿਹੜਾ ਉਹਨੂੰ ਸਬਕ ਦੇ ਕੇ ਭੇਜਦੀਆਂ ਨਾ ਕਿ ਤੁਸੀਂ ਯੂਕੇ ਚੱਲੇ ਹੋ, ਉੱਥੇ ਔਰਤ ਰਾਜ ਆ। ਔਰਤ ਰਾਜ, ਬੰਦੇ ਤੁਹਾਡੇ ਸਿੱਧੇ ਹੋ ਜਾਣਗੇ। ਸਹੀ। ਅੱਛਾ। ਅੱਛਾ, ਇੱਕ ਹੋਰ ਚੀਜ਼, ਇੱਥੇ ਜਿਹੜੀਆਂ ਔਰਤਾਂ ਆਉਂਦੀਆਂ ਨੇ ਖਾਸ ਕਰਕੇ ਯੂਰਪ 'ਚ ਆਉਂਦੀਆਂ ਨੇ ਸ਼ਾਦੀ ਕਰਕੇ, ਉਹਨਾਂ ਨੂੰ ਅੱਲਾਹ ਤਾਲਾ, ਮੈਂ ਇੱਥੇ ਮੈਨੂੰ ਹੋ ਗਏ ਜੀ ਤਕਰੀਬਨ 25 ਸਾਲ ਹੋ ਗਏ, ਮੈਨੂੰ ਯਕੀਨ ਜਾਣੋ ਖੁਦਾ ਤਾਲਾ ਬਿਹਤਰ ਜਾਣਦਾ, ਮੈਨੂੰ ਨਹੀਂ ਪਤਾ ਮੇਰੇ ਕਿੰਨੇ ਬੈਨੀਫਿਟ ਆਉਂਦੇ ਨੇ, ਕਿੰਨਾ ਮਕਾਨ ਦਾ ਕਿਰਾਇਆ, ਕੋਈ ਕਿੰਨਾ ਕੁਛ ਆ ਰਿਹਾ। ਮਗਰ ਬੁੱਢੀਆਂ ਪਾਕਿਸਤਾਨ 'ਚ ਬੈਠੀਆਂ ਉਹਨਾਂ ਨੂੰ ਪਤਾ ਹੁੰਦਾ ਜੇ ਕਸਮ ਕਿੰਨੇ ਬੈਨੀਫਿਟ ਲੱਭਦੇ ਨੇ, ਕਿੰਨਾ ਕਿਰਾਇਆ ਜਾਂਦਾ, ਕਿੰਨਾ ਰੈਂਟ ਜਾਂਦਾ, ਮਤਲਬ ਕਿ ਫੈਮਿਲੀ ਦਾ। ਉਹ ਬੁੱਢੀਆਂ ਨੇ ਪਾਕਿਸਤਾਨ 'ਚ ਬਹਿ ਕੇ ਹਿਸਾਬ ਲਾਇਆ ਹੁੰਦਾ। ਤੂੰ ਦੱਸਦੀ ਆ। ਆਹੋ, ਤੇ ਉਹ ਅੱਗੇ ਪਿੱਛੇ ਤਬਲੀਗ ਕਰਦੀਆਂ, ਜਿੱਥੇ ਦੂਸਰੀ ਤਬਲੀਗ ਕਰਦੀਆਂ ਇਹ ਵੀ ਕਰਦੀਆਂ ਨਾਲ ਨਾ। ਤੇ ਅੱਲਾਹ ਤਾਲਾ ਯਾਰ ਸਭ ਨੂੰ ਮਹਿਫੂਜ਼ ਰੱਖੇ। ਕੁਛ ਕਹਿਣਾ ਚਾਹੁੰਦੇ ਹੋ ਤੇ ਹੋਰ ਕਹਿ ਲਓ, ਕੋਈ ਦੋਸਤਾਂ ਨੂੰ ਕੋਈ ਨਸੀਹਤ? ਕੋਈ ਨਸੀਹਤ ਕੋਈ ਨਹੀਂ, ਔਰਤਾਂ ਨੂੰ ਨਸੀਹਤ ਆ ਕਿ ਜਿਹੜੀ ਜ਼ਿਆਦਤੀ ਉਹ ਜ਼ਿਆਦਤੀ ਹੈ, ਫਿਰ ਇhtiyat ਕਰਨ। ਤੇ ਅਗਰ ਤੇ ਉਹ ਮਫਹੂਮ ਜਿਹੜਾ ਮੀਡੀਆ ਦੱਸ ਰਿਹਾ ਤੇ ਬੜੇ ਅਫਸੋਸ ਦੀ ਗੱਲ ਆ ਕਿ ਮੇਰਾ ਜਿਸਮ ਮੇਰੀ ਮਰਜ਼ੀ, ਇਹ ਤਾਂ ਬਹੁਤ ਖਤਰਨਾਕ ਆ। ਨਾ ਖੁਦਾ ਇਜਾਜ਼ਤ ਦਿੰਦਾ ਤੇ ਨਾ ਇਸਲਾਮ ਇਜਾਜ਼ਤ ਦਿੰਦਾ। ਤੇ ਅਗਰ ਦੂਸਰੀ ਗੱਲ ਆ ਕਿ ਸਾਡਾ ਇhtਜਾਜ ਆ ਕਿ ਸਾਡੀਆਂ ਇੱਜ਼ਤਾਂ ਨੂੰ ਮਹਿਫੂਜ਼ ਰੱਖਿਆ ਜਾਏ, ਸਾਡੇ ਜਿਸਮਾਂ ਨੂੰ ਮਹਿਫੂਜ਼ ਰੱਖਿਆ ਜਾਏ, ਸਾਡੀਆਂ ਸੋਚਾਂ ਨੂੰ ਮਹਿਫੂਜ਼ ਰੱਖਿਆ ਜਾਏ, ਬਲਕਿ ਆਪਣੀਆਂ ਸੋਚਾਂ ਨੂੰ ਮਰਦ ਮਹਦੂਦ ਰੱਖਣ ਤੇ ਮਹਿਫੂਜ਼ ਰੱਖਣ। ਇਸ ਵਾਸਤੇ ਇਸਲਾਮ 'ਚ ਗਜ਼ਾ ਬਸਰ ਦਾ ਹੈ ਕਿ ਤੁਸੀਂ
ਬੁਰਾਈ ਦਾ ਪਹਿਲਾ ਕਦਮ ਜਿਹੜਾ ਤੁਹਾਡਾ ਨਜ਼ਰ ਹੈ ਉੱਤੇ ਹੀ ਕੰਟਰੋਲ ਕਰੋ। ਅੱਲਾਹ ਤਾਲਾ ਤੌਫੀਕ ਦੇਵੇ ਦੋਨੋਂ ਫਰੀਕੈਨ ਨੂੰ ਸਹੀ ਕਿ ਉਹ ਵਜ਼ਾ ਬਸਰ ਤੋਂ ਕੰਮ ਲੈਣ। ਜਜ਼ਾਕੱਲਾ। ਜੇ ਜ਼ਿਆਦਾ ਹੀ ਮਹਿਫੂਜ਼ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਸੰਦੂਕ ਹੁਣੇ ਤੋਂ ਤਿਆਰ ਕਰ ਲਓ, ਮਰਨ ਤੋਂ ਬਾਅਦ ਤੇ ਵੀ ਤੇ ਤਿਆਰ ਹੋਣਾ ਹੈ। ਕਿ ਨਹੀਂ? ਨਹੀਂ, ਇਹ ਗਜ਼ੇ ਬਸਰ ਦਾ ਜਿਹੜਾ ਹੁਕਮ ਹੈ ਨਾ ਇਸਲਾਮ ਦਾ ਬਹੁਤ ਜ਼ਬਰਦਸਤ। ਸਹੀ। ਜਜ਼ਾਕੱਲਾ ਵਾਹਿਦੁੱਲਾ ਸਾਹਿਬ, ਬਹੁਤ ਸ਼ੁਕਰੀਆ। ਜਜ਼ਾਕੱਲਾ। ਹਾਸਦਾ ਵਾਸਤਾ ਪੰਜਾਬ ਇੰਟਰਨੈਸ਼ਨਲ ਤੋਂ ਤੁਸੀਂ ਸਾਡੇ ਮਹਿਮਾਨ ਸੀ ਤੇ ਬਹੁਤ ਅੱਛੇ ਇਨਸਾਈ ਕੀਤੇ ਤੁਸੀਂ। ਜਜ਼ਾਕੱਲਾ। ਅਸਲਾਮ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।